एक गल बड़ी खास है और करनी भी बड़ी लाजमी है कि एक उहदे विच जथेबंदी सी सत्थ। पर जदों सोशल मीडिया ते जाके देखते हैं उदों उन्हां नूं वधाइयां कुछ अलग तरीके दे नाल आ। बेशक यूनीवर्सिटी दे विच NSUI चुनी गई और जिहदा प्रधान बनदा है ये मन्निया जांदा है कि वो पार्टी काबज हो गई यूनीवर्सिटी ते, पर चर्चा जिहड़ी है वो सैकंड नंबर दी ज़्यादा होनी। जो जिम्मेवारी पई है ਉਹਦਾ एहसास है। ਜੇ ਮੈਨੂੰ 19 ਸਾਲ ਦੇ ਵਿੱਚ ਇਹਨਾਂ ਨੇ ਚੂਜ਼ ਕੀਤਾ ਤਾਂ ਇਹਨਾਂ ਨੇ ਮੇਰੇ ਅੰਦਰ ਕੁਝ ਨਾ ਕੁਝ ਜ਼ਰੂਰ ਦੇਖਿਆ ਹੋਊਗਾ। ਸੱਥ ਆਰਗੇਨਾਈਜੇਸ਼ਨ ਕੀ ਹੈ, ਸੱਥ ਕੀ ਹੈ, ਵਿਧਾਨ ਕੀ ਹੈ, ਸੰਵਿਧਾਨ ਕੀ ਹੈ ਇਹਦਾ? ਜਿਹੜੀ ਕਿਸੇ ਵੀ ਪੋਲੀਟੀਕਲ ਪਾਰਟੀ ਨਾਲ ਕੋਈ ਐਸੋਸੀਏਸ਼ਨ ਨਹੀਂ ਰੱਖਦੀ। ਸੋਸ਼ਲ ਮੀਡੀਆ ਤੇ इस चीज़ ਨੂੰ बड़ा उभारिया जा रहा है कि कल ही शहीदी दिहाड़ा भाई जसवंत सिंह खालड़ा होरां दा सी और एक बूटा जिहड़ा विद्यार्थियों के रूप दे विच लगा जो उम्मीद लोगों नूं गवा चुकी सी किते ना किते, वो उम्मीद जागी है। उस जिम्मेवारी का एहसास उस टाइम ते वो बेसहारियां दी सहारा बने ते लाशां लभदे लभदे काप लाश बन गए। ਤਾਂ ਅਸੀਂ ਉਹਨਾਂ ਤੋਂ ਬਹੁਤ ਜ਼ਿਆਦਾ ਇਨਸਪੀਰੇਸ਼ਨ ਲੈਂਦੇ ਹਾਂ ਕਿ ਜੇ ਤੁਹਾਡੀ ਵਿਜ਼ਨ ਕਲੀਅਰ ਹੈ, ਜੇ ਤੁਸੀਂ ਇਮਾਨਦਾਰ ਹੋ ਤਾਂ ਸਾਰੇ ਦੁਨੀਆ, ਸਾਰੇ ਸਟੂਡੈਂਟ, ਸਾਰੇ ਲੋਕ ਤੁਹਾਡੇ ਨਾਲ ਹੋ ਜਾਂਦੇ ਨੇ। ਤੁਹਾਡੀ ਇਸ ਆਈਡੀਓਲੋਜੀ ਔਰ ਇਸ ਮੁੱਦੇ ਨੂੰ ਅੱਗੇ ਰੱਖਣਾ ਤੁਹਾਡੇ ਲਈ ਅੜਿੱਕਾ ਬਣਿਆ? ਔਰ ਇਹ ਮਤਲਬ ਸਾਡਾ ਪੋਲੀਟੀਕਲ ਮੁੱਦਾ ਨਹੀਂ ਸੀਗਾ, ਉਹ ਸਾਡੇ ਇਨਸਪੀਰੇਸ਼ਨਲ ਸੋਰਸ ਸੀਗੇ, ਉਹਨਾਂ ਨੂੰ ਲੈ ਕੇ ਅਸੀਂ ਪਹਿਲੇ ਦਿਨ ਤੋਂ ਚੱਲੇ ਹਾਂ। ਤੇ ਅੱਜ ਉਹ ਗੱਲ ਪਹਿਲਾਂ ਉਹਦੇ ਤੇ ਜੇ ਕੋਈ ਮਤਲਬ ਵੀ ਉਹਦੇ ਕਲੈਸ਼ ਹੋਈ ਆ ਜਾਂ ਕਨਫਲਿਕਟ ਹੋਈ ਆ, ਉਹ ਪੋਲੀਟੀਕਲ ਏਜੰਡਾ ਸੀ ਜਿਨ੍ਹਾਂ ਨੇ ਉਹ ਚੱਕਿਆ ਤੇ ਤੁਹਾਡੇ ਖਿਲਾਫ ਪ੍ਰਚਾਰਿਆ ਇਸ ਗੱਲ ਨੂੰ। ਇੱਥੇ ਸਾਨੂੰ ਉਹੀ ਚੀਜ਼ਾਂ ਪੜ੍ਹਾਈਆਂ ਜਾ ਰਹੀਆਂ ਜਿਹੜੀਆਂ ਉਹਨਾਂ ਨੇ ਪ੍ਰੈਕਟੀਕਲੀ ਕਰਕੇ ਦਿਖਾਈਆਂ, ਤੇ ਜੇ ਉਹ ਪ੍ਰੈਕਟੀਕਲ ਕਰਨਾ ਉਹਦੇ ਤੇ ਟੈਗ ਲਾਉਣਾ ਤਾਂ ਫਿਰ ਸਾਨੂੰ ਇਹ ਪੜ੍ਹਾਈ ਦਾ ਨਹੀਂ ਫਾਇਦਾ, ਫਿਰ ਇਹੋ ਜਿਹੇ ਡਿਪਾਰਟਮੈਂਟ ਬੰਦ ਕਰ ਦੇਣੇ, ਫਿਰ ਯੂਨੀਵਰਸਿਟੀ ਦਾ ਨਹੀਂ ਫਾਇਦਾ। लोग ये भी उम्मीद करते हैं कि माँ बोली की गल पहला हो। माँ बोली साडी बहुत सारे लोग कर रहे हैं गल, पर तुहाडे तो भी यह उम्मीद है। ਸਾਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ ਉਹਨਾਂ ਹੀ ਸਟੂਡੈਂਟਸ ਤੋਂ ਜਦੋਂ ਉਹਨਾਂ ਨੇ ਕਿਹਾ ਕਿ ਅਸੀਂ ਆਪ ਪੰਜਾਬੀ ਸਿੱਖਣਾ ਚਾਹੁੰਦੇ ਹਾਂ। ਤੇ ਇਸ ਲਈ ਅਸੀਂ ਪੰਜਾਬੀ ਦੇ ਇੱਕ ਇੰਟਰੋਡਕਟਰੀ ਸੈਸ਼ਨਸ ਵੀ ਇੰਟਰੋਡਿਊਸ ਕਰਨਾ ਚਾਹੁੰਦੇ ਹਾਂ ਯੂਨੀਵਰਸਿਟੀ ਦੇ ਵਿੱਚ, ਤਾਂ ਕਿ ਜਿਨ੍ਹਾਂ ਨੂੰ ਪੰਜਾਬੀ ਸਿੱਖਣੀ ਹੈ, ਇੱਕ ਲੈਂਗੁਏਜ ਸਿੱਖਣੀ ਹੈ, ਉਹ ਸਿੱਖ ਸਕਣ। ਅਸੀਂ मैं गल कर रहा ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ, ਜਥੇਦਾਰ ਰਹੇ ਨੇ, ਸਤਿਕਾਰਤ ਨੇ, ਹੁਣ ਵੀ ਜਥੇਦਾਰ ਨੇ ਉਹ। ਔਰ ਜਦੋਂ ਉਹਨਾਂ ਨੇ ਵਧਾਈ ਦਿੱਤੀ ਹੈ ਤਾਂ ਕਿਸੇ ਉਮੀਦ ਨਾਲ ਵਧਾਈ ਦਿੱਤੀ ਕਿ ਇੱਕ ਕੁੜੀ ਇੱਕ ਜਥੇਬੰਦੀ ਇਹ ਆਈ ਹੈ ਜੋ ਗੱਲ ਕਰੇਗੀ ਸਿੱਖ ਕਮਿਊਨਿਟੀ ਦੀ ਗੱਲ ਹੈ ਜਾਂ ਕੁਛ ਵੀ ਹੈ, ਪੰਜਾਬੀ ਦੀ ਗੱਲ ਹੈ, ਤਾਂ ਉਦੋਂ ਲੱਗਦਾ ਕਿ ਇਹ ਜ਼ਿੰਮੇਵਾਰੀਆਂ ਹੋਰ ਵੱਧ ਜਾਂਦੀਆਂ। ਗਰਾਊਂਡ ਲੈਵਲ ਤੇ ਰਹਿਣਾ, ਜਿੰਨੇ ਮਰਜ਼ੀ ਪੋਜੀਸ਼ਨ ਤੇ ਪਹੁੰਚੋ, ਰਹਿਣਾ ਜ਼ਮੀਨ ਤੱਕ ਹੀ ਹੈ, ਕਿਉਂਕਿ ਅਸੀਂ ਜ਼ਮੀਨ ਤੋਂ ਹੀ ਆਏ ਹਾਂ, ਜ਼ਮੀਨ ਤੋਂ ਹੀ ਜੁੜੇ ਰਹਿਣਾ। ਸਤਿ ਸ਼੍ਰੀ ਅਕਾਲ ਦਾ ਅਨਮਿਊਟ ਦੇਖ ਰਹੇ ਹੋ ਤੁਸੀਂ, ਤੇ ਮੈਂ ਆ ਰਵੀ ਸੰਗਰਾ ਹੋਰ। ਯੂਨੀਵਰਸਿਟੀ ਇਲੈਕਸ਼ਨਾਂ ਜਿਹੜੀਆਂ ਅਸੀਂ ਹੋ ਗਈਆਂ, ਜਿਹੜੇ ਨੁਮਾਇੰਦੇ ਅਸੀਂ ਚੁਣੇ ਗਏ, ਪਰ ਇਸ ਸਭ ਦੇ ਵਿਚਾਲੇ ਇੱਕ ਗੱਲ ਬੜੀ ਖਾਸ ਹੈ ਔਰ ਕਰਨੀ ਵੀ ਬੜੀ ਲਾਜ਼ਮੀ ਹੈ ਕਿ ਇੱਕ ਉਹਦੇ ਵਿੱਚ ਜਥੇਬੰਦੀ ਸੀ ਸੱਥ, ਔਰ ਸੱਥ ਨੇ ਜਿਸ ਆਈਡੀਓਲੋਜੀ ਦੇ ਨਾਲ ਸੱਥ ਜਥੇਬੰਦੀ ਬਣਦੀ ਹੈ ਔਰ ਉਸ ਤੋਂ ਬਾਅਦ ਪਹਿਲੇ ਸਾਲ ਸ਼ੁਰੂ ਹੁੰਦੀ ਹੈ ਪਿਛਲੇ ਸਾਲ, ਔਰ ਇਸ ਵਾਰ ਉਹ ਕਾਮਯਾਬ ਵੀ ਹੁੰਦੇ ਆ। ਪਰ ਜਦੋਂ ਸੋਸ਼ਲ ਮੀਡੀਆ ਤੇ ਜਾ ਕੇ ਦੇਖਦੇ ਆ ਉਦੋਂ ਉਹਨਾਂ ਨੂੰ ਵਧਾਈਆਂ ਕੁਝ ਅਲੱਗ ਤਰੀਕੇ ਦੇ ਨਾਲ ਆ। ਬੇਸ਼ੱਕ ਯੂਨੀਵਰਸਿਟੀ ਦੇ ਵਿੱਚ NSUI ਚੁਣੀ ਗਈ ਔਰ ਜਿਹਦਾ ਪ੍ਰਧਾਨ ਬਣਦਾ ਹੈ ਇਹ ਮੰਨਿਆ ਜਾਂਦਾ ਹੈ ਕਿ ਉਹ ਪਾਰਟੀ ਕਾਬਜ ਹੋ ਗਈ ਯੂਨੀਵਰਸਿਟੀ ਤੇ, ਪਰ ਚਰਚਾ ਜਿਹੜੀ ਹੈ ਉਹ ਸੈਕੰਡ ਨੰਬਰ ਦੀ ਜ਼ਿਆਦਾ ਹੋਣੀ, ਇਹ ਬੜਾ ਆਪਣੇ ਆਪ ਦੇ ਵਿੱਚ ਮਾਇਨੇ ਰੱਖਦਾ ਹੈ। ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਵੀ ਉਹਨਾਂ ਨੂੰ ਖਾਸ ਤੌਰ ਤੇ ਵਧਾਈ ਦਿੱਤੀ ਔਰ ਬਹੁਤ ਸਾਰੇ ਇੱਦਾਂ ਦੇ ਜਿਹੜੇ ਲੋਕ ਸੀ, ਬੁੱਧੀਜੀਵੀ ਸੀ, ਉਹਨਾਂ ਨੇ ਵਧਾਈਆਂ ਦਿੱਤੀਆਂ। ਔਰ ਜ਼ਿੰਮੇਵਾਰੀ ਦਾ ਅਹਿਸਾਸ ਕਿਸ ਤਰ੍ਹਾਂ ਦੇ ਨਾਲ ਹੈ, ਚੁਣੀ ਗਈ ਕੁੜੀ ਰਣਮੀਕ ਕੌਰ ਜੋਤ, ਉਹ ਤੇ ਨਾਲ ਉਹਨਾਂ ਦੇ ਸਾਥੀ ਵੀ ਨੇ, ਅਸੀਂ ਗੱਲਬਾਤ ਵੀ ਕਰਾਂਗੇ ਕਿ ਕਿਸ ਤਰ੍ਹਾਂ ਦੇ ਨਾਲ ਇਹ ਸਾਰੇ ਪੂਰੇ ਸਿਨੈਰੀਓ ਨੂੰ ਦੇਖ ਰਹੇ ਨੇ। ਰਣਮੀਕ ਬਹੁਤ ਬਹੁਤ ਸਵਾਗਤ ਵੀਰੇ। ਸਭ ਤੋਂ ਪਹਿਲਾਂ ਤਾਂ ਰਣਮੀਕ ਆਪਣੇ ਬਾਰੇ ਦੱਸੋ ਕਿ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਔਰ ਕਿੱਥੋਂ ਬਿਲੋਂਗ ਕਰਦੇ ਹੋ? ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੇਰਾ ਨਾਮ ਰਣਮੀਕ ਜੋਤ ਕੌਰ ਹੈ ਤੇ ਮੈਂ ਚੰਡੀਗੜ੍ਹ ਦੀ ਰਹਿਣ ਵਾਲੀ ਹਾਂ। ਮੈਂ YPS ਮੋਹਾਲੀ ਤੋਂ ਆਪਣੀ ਸਕੂਲਿੰਗ ਕੰਪਲੀਟ ਕੀਤੀ ਹੈ ਤੇ ਹੁਣ ਮੈਂ ਡੈਂਟਲ BDSC ਡਿਗਰੀ ਕਰ ਰਹੀ ਹਾਂ। ਆਈ ਐਮ ਇਨ ਸੈਕੰਡ ਈਅਰ ਰਾਈਟ ਨਾਓ। ਜੋ ਜ਼ਿੰਮੇਵਾਰੀ ਪਈ ਹੈ ਉਹਦਾ ਅਹਿਸਾਸ ਹੈ? हाँ जी बिल्कुल।
ਬਿਲਕੁਲ ਮੈਨੂੰ ਇਹ ਲੱਗਦਾ ਕਿ ਸਟੂਡੈਂਟਸ ਨੇ ਮੈਨੂੰ ਚੂਜ਼ ਕੀਤਾ ਹੈ। ਸਾਡੀ ਪੂਰੀ ਆਰਗੇਨਾਈਜੇਸ਼ਨ ਨੇ ਇੰਨੀ ਛੋਟੀ ਉਮਰ ਦੇ ਵਿੱਚ, ਮੈਂ ਸਿਰਫ 19 ਇਅਰਸ ਦੀ ਹਾਂ, ਜੇ ਮੈਨੂੰ 19 ਸਾਲ ਦੇ ਵਿੱਚ ਇਹਨਾਂ ਨੇ ਚੂਜ਼ ਕੀਤਾ ਹੈ ਤਾਂ ਇਹਨਾਂ ਨੇ ਮੇਰੇ ਅੰਦਰ ਕੁਝ ਨਾ ਕੁਝ ਜ਼ਰੂਰ ਦੇਖਿਆ ਹੋਊਗਾ। ਤਾਂ ਸ਼ਾਇਦ ਉਹ ਜ਼ਿੰਮੇਵਾਰੀ ਹੁਣ ਬਹੁਤ ਵੱਡੀ ਹੈ, ਲੈ ਕੇ ਚੱਲਣੀ ਹੈ, ਪਰ ਹੁਣ ਲੈ ਕੇ ਤਾਂ ਚੱਲਣੀ ਹੈ ਜੇ ਹੁਣ ਜ਼ਿੰਮੇਵਾਰੀ ਲੈ। ਸੱਥ ਆਰਗੇਨਾਈਜੇਸ਼ਨ ਕੀ ਹੈ? ਸੱਥ ਕੀ ਹੈ? ਵਿਧਾਨ ਕੀ ਹੈ? ਸੰਵਿਧਾਨ ਕੀ ਹੈ ਇਹਦਾ? ਸੱਥ ਆਰਗੇਨਾਈਜੇਸ਼ਨ ਇੱਕ ਸਟੂਡੈਂਟ ਆਰਗੇਨਾਈਜੇਸ਼ਨ ਹੈ ਜਿਹੜੀ ਕਿਸੇ ਵੀ ਪੋਲੀਟੀਕਲ ਪਾਰਟੀ ਨਾਲ ਕੋਈ ਐਸੋਸੀਏਸ਼ਨ ਨਹੀਂ ਰੱਖਦੀ। ਸਾਡੀ ਇਸ ਆਰਗੇਨਾਈਜੇਸ਼ਨ ਦੇ ਦੋ ਮੇਜਰ ਏਮ ਨੇ ਕਿ ਅਸੀਂ ਸੁਸਾਇਟੀ ਦਾ ਭਲਾ ਕਰਨਾ ਹੈ ਬਾਈ ਡੂਇੰਗ ਟੂ ਥਿੰਗਸ, ਸਟੂਡੈਂਟ ਵੈਲਫੇਅਰ ਤੇ ਦੂਜਾ ਕਲੈਕਟਿਵ ਲੀਡਰਸ਼ਿਪ ਇਸਟੈਬਲਿਸ਼ ਕਰਨਾ। ਕਿਉਂਕਿ ਸਾਡੇ ਜਿਹੜੇ ਇੰਡੀਆ ਹੈ, ਸਾਡਾ ਜਿਹੜਾ ਨੇਸ਼ਨ ਹੈ, ਇਸ ਦੇ ਵਿੱਚ ਇੱਕ ਲੀਡਰਸ਼ਿਪ ਕ੍ਰਾਈਸਿਸ ਹੈ। ਪੰਜਾਬ, ਹਰਿਆਣਾ, ਹਿਮਾਚਲ ਤੋਂ ਤੁਸੀਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਿਸ ਤਰੀਕੇ ਨਾਲ ਜਿਹੜੀ ਸਾਡੀ ਜਵਾਨ ਪੀੜ੍ਹੀ ਹੈ ਉਹ ਇੱਥੋਂ ਦੀ ਜਾ ਰਹੀ ਹੈ, ਛੱਡ ਕੇ ਜਾ ਰਹੀ ਹੈ। ਸਾਡੇ ਇੱਥੇ ਜਿਹੜੇ ਜਵਾਨ ਨੌਜਵਾਨ ਨੇ ਇੱਥੇ ਹੈ ਹੀ ਨਹੀਂ। ਤਾਂ ਕੁਐਸਚਨ ਇਹ ਬਣਦਾ ਹੈ ਕਿ ਜਦੋਂ ਸਾਡੀ ਨੌਜਵਾਨ ਪੀੜ੍ਹੀ ਹੀ ਨਹੀਂ ਇੱਥੇ ਤਾਂ ਫਿਰ ਉਹ ਅੱਗੇ ਜਾ ਕੇ ਸਾਡੇ ਨੇਸ਼ਨ ਦਾ ਕੀ ਬਣੂਗਾ, ਸਾਡੀ ਧਰਤੀ ਦਾ ਕੀ ਬਣੂਗਾ। ਅੱਛਾ, ਇਹ ਜਦੋਂ ਜਥੇਬੰਦੀ ਸ਼ੁਰੂ ਹੁੰਦੀ ਹੈ ਤਾਂ ਖਾਸ ਤੌਰ ਤੇ ਜ਼ਿਕਰ ਭਾਈ ਜਸਵੰਤ ਸਿੰਘ ਖਾਲੜਾ ਹੋਰਾਂ ਦਾ ਵੱਡੇ ਪੱਧਰ ਤੇ ਹੋਇਆ, ਪੋਸਟਰ ਲੱਗੇ, ਤੁਹਾਨੂੰ ਉਹਦਾ ਕਿਤੇ ਨਾ ਕਿਤੇ ਤੁਹਾਡੀਆਂ ਵਿਰੋਧੀ ਜਥੇਬੰਦੀਆਂ ਜਿਹੜੀਆਂ ਸੀ ਉਹਨਾਂ ਦਾ ਕਿਤੇ ਨਾ ਕਿਤੇ ਤੁਹਾਨੂੰ ਵਿਰੋਧ ਵੀ ਝੱਲਣਾ ਪਿਆ। ਉਸ ਜ਼ਿੰਮੇਵਾਰੀ ਦਾ ਅਹਿਸਾਸ ਹੈ? ਕਿਉਂਕਿ ਕੱਲ੍ਹ ਦਾ ਤੁਸੀਂ ਸੋਸ਼ਲ ਮੀਡੀਆ ਦੇਖਿਆ ਹੋਵੇਗਾ, ਸੋਸ਼ਲ ਮੀਡੀਆ ਤੇ ਇਸ ਚੀਜ਼ ਨੂੰ ਬੜਾ ਉਭਾਰਿਆ ਜਾ ਰਿਹਾ ਕਿ ਕੱਲ੍ਹ ਹੀ ਸ਼ਹੀਦੀ ਦਿਹਾੜਾ ਭਾਈ ਜਸਵੰਤ ਸਿੰਘ ਖਾਲੜਾ ਹੋਰਾਂ ਦਾ ਸੀ ਔਰ ਇੱਕ ਬੂਟਾ ਜਿਹੜਾ ਵਿਦਿਆਰਥੀਆਂ ਦੇ ਰੂਪ ਦੇ ਵਿੱਚ ਲੱਗਾ, ਜੋ ਉਮੀਦ ਲੋਕਾਂ ਨੂੰ ਗਵਾ ਚੁੱਕੀ ਸੀ, ਕਿਤੇ ਨਾ ਕਿਤੇ ਉਹ ਉਮੀਦ ਜਾਗੀ ਹੈ। ਉਸ ਜ਼ਿੰਮੇਵਾਰੀ ਦਾ ਅਹਿਸਾਸ? ਬਿਲਕੁਲ। ਭਾਈ ਜਸਵੰਤ ਸਿੰਘ ਖਾਲੜਾ ਬਹੁਤ ਹੀ ਬਹੁਤ ਹੀ ਇੰਸਪੀਰੇਸ਼ਨ ਨੇ ਸਾਡੇ ਲਈ। ਹੀ ਵਾਜ਼ ਐਨ ਹਿਊਮਨ ਰਾਈਟਸ ਐਕਟਿਵਿਸਟ ਜਿਹੜੇ ਉਸ ਟਾਈਮ ਦੇ ਵਿੱਚ ਜੋ ਸਿਚੁਏਸ਼ਨ ਸੀਗੀ ਉਸ ਟਾਈਮ ਤੇ ਉਹ ਬੇਸਹਾਰਿਆਂ ਲਈ ਸਹਾਰਾ ਬਣੇ ਤੇ ਲਾਸ਼ਾਂ ਲੱਭਦੇ ਇੱਕ ਆਪ ਲਾਸ਼ ਬਣ ਗਏ। ਤਾਂ ਉਹ ਇੱਕ ਬਹੁਤ ਹੀ ਦਿਲੋਂ ਇੱਕ ਬੜੇ ਹੀ ਸਾਫ਼ ਪਿਓਰ ਇੱਕ ਹਿਊਮੈਨਿਟੀ ਵਾਲੇ ਇੰਡੀਵਿਜੂਅਲ ਸੀਗੇ, ਜਿੱਥੋਂ ਦੀ ਉਹਨਾਂ ਦੀ ਜਿਹੜੀ ਪਰਸਨੈਲਿਟੀ ਸੀ ਉਹ ਇੰਨੀ ਪਿਓਰ, ਇੰਨੀ ਸਾਫ਼ ਸੀ। ਤਾਂ ਅਸੀਂ ਉਹਨਾਂ ਤੋਂ ਬਹੁਤ ਜ਼ਿਆਦਾ ਇੰਸਪੀਰੇਸ਼ਨ ਲੈਂਦੇ ਹਾਂ ਕਿ ਜੇ ਤੁਹਾਡੀ ਵਿਜ਼ਨ ਕਲੀਅਰ ਹੈ, ਜੇ ਤੁਸੀਂ ਇਮਾਨਦਾਰ ਹੋ ਤਾਂ ਸਾਰੇ ਦੁਨੀਆ, ਸਾਰੇ ਸਟੂਡੈਂਟ, ਸਾਰੇ ਲੋਕ ਤੁਹਾਡੇ ਨਾਲ ਹੋ ਜਾਂਦੇ ਨੇ। ਤੁਹਾਡੀ ਇਸ ਆਈਡੀਓਲੋਜੀ ਔਰ ਇਸ ਮੁੱਦੇ ਨੂੰ ਅੱਗੇ ਰੱਖਣਾ ਤੁਹਾਡੇ ਲਈ ਅੜਿੱਕਾ ਬਣਿਆ? ਕਿਉਂਕਿ ਯੂਨੀਵਰਸਿਟੀ ਦੇ ਵਿੱਚ ਇਕੱਲੇ ਪੰਜਾਬੀ ਨਹੀਂ, ਹਰਿਆਣਾ, ਹਿਮਾਚਲ ਬਹੁਤ ਤਰ੍ਹਾਂ ਦੇ ਇੱਥੇ ਜਿਹੜੇ ਸਟੂਡੈਂਟ ਪੜ੍ਹਦੇ ਆ, ਉਹਨਾਂ ਨੂੰ ਹੋ ਸਕਦਾ ਹੈ ਕਿ ਸਰਦਾਰ ਖਾਲੜਾ ਹੋਰਾਂ ਬਾਰੇ ਪਤਾ ਵੀ ਨਾ ਹੋਵੇ, ਉਹਨਾਂ ਦੀ ਆਈਡੀਓਲੋਜੀ ਬਾਰੇ, ਉਹਨਾਂ ਦੇ ਕੀਤੇ ਹੋਏ ਕੰਮਾਂ ਬਾਰੇ। ਔਰ ਤੁਸੀਂ ਆਪਣੇ ਸੰਵਿਧਾਨ ਦੇ ਵਿੱਚ ਉਹ ਲਿਖਿਆ ਵੀ ਔਰ ਉਹਨੂੰ ਐਡ ਕੀਤਾ ਔਰ ਉਹਨੂੰ ਪ੍ਰਮੋਟ ਵੀ ਕੀਤਾ, ਉਹਨੂੰ ਸਟੂਡੈਂਟਸ ਤੱਕ ਵੀ ਲੈ ਕੇ ਗਏ। ਇਹਦਾ ਕਦੇ ਅੜਿੱਕਾ ਬਣਿਆ ਜਾਂ ਤੁਹਾਨੂੰ ਪੋਜ਼ਿਟਿਵਿਟੀ ਮਿਲੀ ਇਹਦੇ ਵਿੱਚ? ਸ਼ੁਰੂਆਤੀ ਦੌਰ ਦੇ ਵਿੱਚ ਕਿਉਂਕਿ ਸਟੂਡੈਂਟਸ ਨੂੰ ਇੰਨਾ ਪਤਾ ਨਹੀਂ ਸੀਗਾ ਤਾਂ ਇਹ ਅੜਿੱਕਾ ਸੀ, ਪਰ ਜਿਵੇਂ ਅਸੀਂ ਕੰਮ ਕੀਤੇ ਗਰਾਊਂਡ ਲੈਵਲ ਦੇ ਉੱਤੇ, ਅਸੀਂ ਸਟੂਡੈਂਟਸ ਨਾਲ ਜਾ ਕੇ ਗੱਲਬਾਤ ਕੀਤੀ, ਉਹਨਾਂ ਨੂੰ ਜਦੋਂ ਸਾਰੀ ਚੀਜ਼ ਬਾਰੇ ਪਤਾ ਚੱਲਿਆ ਤਾਂ ਕਦੀ ਵੀ ਅੜਿੱਕਾ ਨਹੀਂ ਬਣਿਆ। ਤਾਂ ਹੁਣ ਤੁਹਾਡੇ ਕੋਲ ਸਾਹਮਣੇ ਰਿਜ਼ਲਟਸ ਵੀ ਨੇ, ਸਾਡੇ ਸਟੂਡੈਂਟਸ ਨੇ ਬਹੁਤ ਜ਼ਿਆਦਾ ਸਾਥ ਵੀ ਦਿੱਤਾ ਤੇ ਤਾਂ ਹੀ ਸਾਨੂੰ ਇੱਥੇ ਤੁਸੀਂ ਦੱਸਿਆ ਖਾਲੜਾ ਸਾਹਿਬ ਬਾਰੇ ਕਿ ਕੀ ਮਤਲਬ ਲੋਕਾਂ ਨੇ ਐਗਰੀ ਕੀਤਾ, ਮਤਲਬ ਸਟੂਡੈਂਟਸ ਨੇ ਐਗਰੀ ਕੀਤਾ ਉਹਦੇ ਨਾਲ? ਇਹ ਬਈ ਮਤਲਬ ਅਸੀਂ ਲਗਾਤਾਰ ਕਰ ਰਹੇ ਹਾਂ ਵੀ 2017 ਤੋਂ ਜਦੋਂ ਦੇ ਅਸੀਂ ਇੱਥੇ ਹੈਗੇ ਹਾਂ, ਹਰ ਸਾਲ ਭਾਈ ਸਾਹਿਬ ਦਾ ਅਸੀਂ ਖਾਲੜਾ ਸ਼ਹੀਦੀ ਦਿਹਾੜਾ ਜਿਹੜਾ ਮਨਾਈਦਾ ਸੀਗਾ ਇੱਥੇ। ਗੱਲ ਇਹ ਆ ਵੀ ਜਦੋਂ ਅਸੀਂ 19 ਚ ਇਲੈਕਸ਼ਨ ਲੜੇ, ਉਹ ਇਸੇ ਕਰਕੇ ਉਹਦਾ ਇੱਕ ਵੱਡਾ ਕਾਰਨ ਇਹ ਵੀ ਸੀਗਾ ਕਿ ਜਦੋਂ ਤੁਸੀਂ ਪੋਲੀਟੀਕਲ ਉਹਦੇ 'ਚ ਹੁੰਦੇ ਹੋ ਤਾਂ ਇੱਕ ਤੁਹਾਡੀ ਬੱਚੇ ਜ਼ਿਆਦਾ ਇਹ 'ਚ ਇੰਟਰਸਟ ਲੈਂਦੇ ਨੇ। ਜਦੋਂ ਦੇ ਅਸੀਂ ਉਹਦੇ 'ਚ ਆਏ ਹਾਂ ਤਾਂ ਇਹ ਗੱਲ ਜ਼ਿਆਦਾ ਉੱਭਰ ਕੇ ਆਈ ਆ ਔਰ ਇਹ ਮਤਲਬ ਸਾਡਾ ਪੋਲੀਟੀਕਲ ਮੁੱਦਾ ਨਹੀਂ ਸੀਗਾ, ਉਹ ਸਾਡੇ ਇੰਸਪੀਰੇਸ਼ਨਲ ਸੋਰਸ ਸੀਗੇ, ਉਹਨਾਂ ਨੂੰ ਲੈ ਕੇ ਅਸੀਂ ਪਹਿਲੇ ਦਿਨ ਤੋਂ ਚੱਲੇ ਹਾਂ ਤੇ ਅੱਜ ਵੀ ਉੱਥੇ ਖੜੇ ਹਾਂ। ਜੇ ਅੱਜ ਉਹ ਗੱਲ ਪਹਿਲਾਂ ਉਹਦੇ ਤੇ ਜੇ ਕੋਈ ਮਤਲਬ ਵੀ ਉਹਦੇ ਕਲੈਸ਼ ਹੋਈ ਆ ਜਾਂ ਕਨਫਲਿਕਟ ਹੋਈ ਆ, ਉਹ ਪੋਲੀਟੀਕਲ ਏਜੰਡਾ ਸੀ ਜਿਨ੍ਹਾਂ ਨੇ ਉਹ ਚੱਕਿਆ। ਉਹਨਾਂ ਨੇ ਉਹ ਗੱਲ ਅਸੀਂ ਤੁਹਾਡੇ ਖਿਲਾਫ ਪ੍ਰਚਾਰਿਆ, ਇਸ ਗੱਲ ਨੂੰ ਪ੍ਰਚਾਰਿਆ, ਉਹਨਾਂ ਨੂੰ ਪੋਸਟਰ ਲਾਉਣ ਤੇ ਇਤਰਾਜ਼ ਸੀਗਾ। ਦੇਖੋ ਬੰਦੇ ਵੇਖ ਰਹੇ ਨੇ ਫੋਟੋ ਤੇ ਕਿਸੇ ਨੇ ਮਿਸ ਇਨਫੋਰਮੇਸ਼ਨ ਦੇਤੀ, ਉਹਨਾਂ ਦੇ ਕਿਰਦਾਰ ਬਾਰੇ ਕੋਈ ਦੋ ਰਾਏ ਨਹੀਂ ਹੈਗੀ, ਉਹਨਾਂ ਬਾਰੇ ਕਿਸੇ ਨੂੰ ਜਾਣਕਾਰੀ ਨਹੀਂ ਸੀਗੀ। ਇੱਕ ਸੈਕਸ਼ਨ ਨੇ ਉਹਦੇ ਤੇ ਉਹਨਾਂ ਤੇ ਟੈਗ ਲਾਤਾ, ਪਰ ਰਿਐਲਿਟੀ ਕੀ ਆ, ਮਤਲਬ ਉਹ ਹਿਊਮਨ ਰਾਈਟ ਐਕਟਿਵਿਸਟ ਸੀਗੇ। ਆ ਡਿਪਾਰਟਮੈਂਟ ਇੱਥੇ ਹਿਊਮਨ ਰਾਈਟਸ ਦੀ ਗੱਲ ਹੁੰਦੀ ਆ, ਇੱਥੇ ਸਾਨੂੰ ਉਹੀ ਚੀਜ਼ਾਂ ਪੜ੍ਹਾਈਆਂ ਜਾ ਰਹੀਆਂ ਜਿਹੜੀਆਂ ਉਹਨਾਂ ਨੇ ਪ੍ਰੈਕਟੀਕਲੀ ਕਰਕੇ ਦਿਖਾਈਆਂ। ਤੇ ਜੇ ਉਹ ਪ੍ਰੈਕਟੀਕਲ ਕਰਨਾ, ਉਹਦੇ ਤੇ ਟੈਗ ਲਾਉਣਾ, ਤਾਂ ਫਿਰ ਸਾਨੂੰ ਇਹ ਪੜ੍ਹਾਈ ਦਾ ਨਹੀਂ ਫਾਇਦਾ, ਫਿਰ ਇਹੋ ਜਿਹੇ ਡਿਪਾਰਟਮੈਂਟ ਬੰਦ ਕਰ ਦੇਣੇ, ਫਿਰ ਯੂਨੀਵਰਸਿਟੀ ਦਾ ਨਹੀਂ ਫਾਇਦਾ। ਤੇ ਜਿਹੜੇ ਬੱਚੇ ਸਿਆਣੇ ਇਹ ਗੱਲ ਸਮਝਦੇ ਆ, ਜਿਹੜੇ ਇੱਥੇ ਇੰਟੈਲੈਕਚੁਅਲ ਹੈਗੇ, ਉਹਨਾਂ ਨੇ ਸਮਝੀ ਆ ਤੇ 4000 ਦਾ ਮੈਂਡੇਟ ਇਹ ਗਵਾਹ ਆ ਵੀ ਹਾਂ ਉਹਨਾਂ ਤੱਕ ਇਹ ਗੱਲ ਪਹੁੰਚੀ, ਉਹਨਾਂ ਨੇ ਇਸ ਗੱਲ ਤੇ ਕਨੈਕਟ ਕੀਤਾ। ਅੱਛਾ, ਹੁਣ ਇਸ ਲੱਗੇ ਹੋਏ ਬੂਟੇ ਨੂੰ ਲੋਕਾਂ ਦੀਆਂ ਐਕਸਪੈਕਟੇਸ਼ਨਸ ਨੇ, ਉਮੀਦਾਂ ਨੇ ਹੁਣ ਕਿ ਇੱਕ ਉਹ ਬੂਟਾ ਜਦੋਂ ਭਾਈ ਜਸਵੰਤ ਸਿੰਘ ਖਾਲੜਾ ਹੋਰਾਂ ਦੀ ਕੋਈ ਗੱਲ ਕਰਦਾ ਸੀ ਤਾਂ ਉਹਨੂੰ ਠੀਕ ਨਜ਼ਰੀਏ ਨਾਲ ਵੀ ਨਹੀਂ ਦੇਖਿਆ ਜਾਂਦਾ ਸੀ, ਕਿਤੇ ਨਾ ਕਿਤੇ ਉਹਨੂੰ ਐਂਟੀ ਨੈਸ਼ਨਲ ਵੀ ਮੰਨਿਆ ਜਾਂਦਾ ਹੈ ਜਾਂ ਤਮਾਮ ਜਿਹੜੀਆਂ ਚੀਜ਼ਾਂ ਵੱਖ-ਵੱਖ ਆਈਡੀਓਲੋਜੀਜ਼ ਤੋਂ ਬਾਹਰ ਆਉਂਦੀਆਂ ਨੇ,
ਪਰ ਉਹਨਾਂ ਦੇ ਨਾਮ ਤੇ ਇੱਕ ਜਥੇਬੰਦੀ ਬਣਦੀ ਹੈ। ਅੱਜ ਉਹ ਕੀਤੀ ਹੋਈ ਮਿਹਨਤ ਨੂੰ ਬੂਰ ਵੀ ਪੈਂਦਾ, ਵੱਡਾ ਸਹਿਯੋਗ ਮਿਲਦਾ। ਹੁਣ ਲੋਕ ਇਹਨੂੰ ਬੂਟਾ ਬਣਿਆ ਹੋਇਆ ਦੇਖਣਾ ਚਾਹੁੰਦੇ ਆ, ਇਸ ਬੂਟੇ ਨੂੰ ਇੱਕ ਵੱਡਾ ਰੁੱਖ ਬਣਿਆ ਹੋਇਆ ਦੇਖਣਾ ਚਾਹੁੰਦੇ ਆ। ਭਾਵ ਕਿ ਪੂਰੇ ਪੰਜਾਬ ਦੇ ਵਿੱਚ ਆਹ ਆਈਡੀਓਲੋਜੀ ਜਾਵੇ, ਇਸ ਤਰ੍ਹਾਂ ਦੇ ਨੌਜਵਾਨ ਜਾਣ, ਇਸ ਤਰ੍ਹਾਂ ਦੀ ਸੋਚ ਜਾਵੇ। ਉਹਦੇ ਵਾਸਤੇ ਮਤਲਬ ਕੋਈ ਤਿਆਰੀ ਜਾਂ ਫਿਰ ਸੋਚਿਆ ਕਿਤੇ ਕਿ ਕੁਛ ਇਦਾਂ ਦਾ ਹੋਏਗਾ? ਬਿਲਕੁਲ ਜੀ, ਤੁਹਾਨੂੰ ਦੱਸਿਆ ਵੀ ਜਥੇਬੰਦੀ ਪਹਿਲਾਂ ਐਜ਼ ਅ ਡਿਸਕਸ਼ਨ ਗਰੁੱਪ ਹੀ ਫਾਰਮ ਹੋਈ ਸੀਗੀ। ਸਾਡਾ ਤਾਂ ਕੰਮ ਹੀ ਇਹ ਸੀਗਾ ਵੀ ਲੋਕਾਂ ਨੂੰ ਇਸ ਮਸਲਿਆਂ ਬਾਰੇ ਸੈਂਸਿਟਾਈਜ਼ ਕਰਨਾ, ਐਜੂਕੇਟ ਕਰਨਾ। ਤੇ ਕੌਂਸਲ 'ਚ ਹੁਣ ਅਸੀਂ ਆਏ ਹਾਂ ਤੇ ਅਸੀਂ ਸਾਡਾ ਇੱਕ ਪ੍ਰਾਇੋਰਟੀ ਐਕੈਡਮੀਆ ਦੇ ਨਾਲ ਵੇਖੋ, ਅਸੀਂ ਸਟੂਡੈਂਟ ਕੌਂਸਲ 'ਚ ਆਏ ਹਾਂ, ਸਟੂਡੈਂਟ ਦੇ ਮਸਲੇ ਸਾਡੇ ਪ੍ਰਾਇੋਰਟੀ 'ਤੇ ਨੇ। ਪਰ ਜਿੱਥੋਂ ਆਏ ਆ, ਜਿਹੜੀ ਆਪਾਂ ਮਤਲਬ ਵੀ ਜਿਨ੍ਹਾਂ ਨੂੰ ਅਸੀਂ ਇੰਸਪੀਰੇਸ਼ਨ ਮੰਨਿਆ ਜਾਂ ਜਿਨ੍ਹਾਂ ਦੀ ਆਈਡੀਓਲੋਜੀ ਲੈ ਕੇ ਚੱਲੇ ਆ, ਉਹਨਾਂ ਦੀ ਗੱਲ ਅਸੀਂ ਪੈਰਲਲੀ ਕਰਨੀ ਆ। ਤੇ ਉਹ ਕੌਂਸਲ ਸਾਨੂੰ ਬਹੁਤ ਵਧੀਆ ਮੌਕਾ ਵੀ ਆ ਤੇ ਉਹ ਅਸੀਂ ਵਧੀਆ ਮਤਲਬ ਉਹਦੇ ਤੇ ਕੰਮ ਕਰਾਂਗੇ ਵੀ। ਵੇਖੋ ਪੰਜਾਬ ਦੇ ਲੋਕ ਨੇ ਜਿਹੜਾ ਇੰਨਾ ਰਿਸਪੌਂਸ ਦਿੱਤਾ ਜਿਹਦੀ ਤੁਸੀਂ ਗੱਲ ਕਰਦੇ ਹੋ, ਉਹ ਇਸੇ ਕਰਕੇ ਦਿੱਤਾ ਵੀ ਇੱਥੇ ਇੱਕ ਵੈਕਿਊਮ ਆ। ਇੱਥੇ ਉਹਨਾਂ ਟਾਈਮਾਂ 'ਚ ਜਥੇਬੰਦੀ ਖੜੀ ਹੋਈ ਆ ਜਿੱਥੇ ਮਤਲਬ ਇੱਥੇ ਕੋਈ ਪੰਜਾਬ ਦੀ ਗੱਲ ਨਹੀਂ ਹੁੰਦੀ, ਪੰਥ ਦੀ ਕੋਈ ਗੱਲ ਨਹੀਂ ਹੁੰਦੀ। ਇੱਥੇ ਏਲੀਅਨ ਆਈਡੀਓਲੋਜੀਆਂ ਹੁੰਦੀਆਂ ਸੀਗੀਆਂ ਜਿਨ੍ਹਾਂ ਦਾ ਇਸ ਖਿੱਤੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ। ਕਿੱਥੋਂ ਆਈਆਂ, ਕੀ ਉਹਨਾਂ ਦਾ ਕੰਮ ਕੁਛ ਨਹੀਂ, ਪਰ ਉਹਨਾਂ ਨੇ ਸਾਨੂੰ ਸਾਡੇ ਖਿੱਤੇ ਨਾਲੋਂ ਬਹੁਤ ਤੋੜਿਆ। ਤੇ ਅਸੀਂ ਉਹ ਬੂਟਾ ਇੱਥੇ ਆਣ ਕੇ ਲਾਇਆ। ਉਹਦਾ ਇੱਕੋ ਇੱਕ ਮਕਸਦ ਸੀਗਾ ਵੀ ਇੱਥੇ ਅਸੀਂ ਦਰਖਤ ਬਣਦਾ ਵੇਖਣਾ ਉਸ ਬੂਟੇ ਨੂੰ, ਹਨਾ। ਉਹ ਬੂਟਾ ਅੱਜ ਪਾਣੀ ਅਸੀਂ ਪਾਇਆ ਲਗਾਤਾਰ। ਇਹ ਦਰਖਤ ਪੰਜਾਬ ਦੇ ਸੈਂਟਰ 'ਚ ਜਾ ਕੇ ਬਣਨਾ ਵੇਖੋ ਜਥੇਬੰਦੀ ਸਾਥ ਇੱਕ ਸਾਡਾ ਸ਼ੁਰੂ ਤੋਂ ਇੱਕ ਵਿਜ਼ਨ ਰਿਹਾ ਵੀ ਆਪਾਂ ਇੱਕ ਇਹ ਪਲੇਟਫਾਰਮ ਤਿਆਰ ਕਰਨਾ ਆ। ਇਹ ਸਟੂਡੈਂਟ ਇੱਥੇ ਵੇਖੋ ਐਜੂਕੇਸ਼ਨ ਲਈ ਹੁੰਦੇ ਆ, ਦੂਜਾ ਇੱਥੇ ਕੌਂਸਲ ਵੀ ਹੈਗੀ ਆ। ਸਟੂਡੈਂਟ ਕੌਂਸਲ ਹੋਣ ਦਾ ਕਾਰਨ ਕੀ ਆ ਵੀ ਇੱਥੋਂ ਬੱਚਿਆਂ 'ਚ ਲੀਡਰਸ਼ਿਪ ਕੁਆਲਿਟੀਜ਼ ਆਉਣ। ਇਹ ਪਲੇਟਫਾਰਮ ਹੁੰਦਾ ਸੀ ਸਾਡੇ ਵਰਗੇ ਆਮ ਘਰਾਂ ਦੇ ਬੱਚੇ ਜਿਹੜੇ ਆ, ਉਹਨਾਂ ਨੂੰ ਇੱਕ ਪਲੇਟਫਾਰਮ ਮਿਲ, ਉਹ ਇੱਥੇ ਆਣ ਕੇ ਪ੍ਰੈਕਟਿਸ ਕਰਨ ਤੇ ਕੱਲ੍ਹ ਨੂੰ ਸਮਾਜ ਵਿੱਚ ਜਾਣ। ਵੀ ਲੀਡਰ ਤੇ ਉਹਨਾਂ ਨੇ ਬਣਨਾ ਨਾ, ਇੱਥੋਂ ਜਿਹੜੇ ਬੱਚੇ ਉਹਨਾਂ ਨੇ। ਪਰ ਸਿਸਟਮ ਓਵਰ ਦਾ ਟਾਈਮ ਕੀ ਹੋਇਆ ਸੀ, ਸੋਈ ਹੋ ਗਈ ਆ, ABVP ਹੋ ਗਈ, NSU ਹੋਈ ਆ, ਵੀ ਕਰਪਟ ਪੋਲੀਟੀਕਲ ਸਿਸਟਮ ਜਿਹਨੇ ਸਮਾਜ ਨੂੰ ਬਰਬਾਦ ਕੀਤਾ ਸੀਗਾ, ਉਹ ਇੱਥੇ ਆ ਗਿਆ ਸੀਗਾ। ਪਰ ਅਸੀਂ ਚਾਹੁੰਦੇ ਸੀਗੇ ਵੀ ਨਹੀਂ, ਇੱਥੇ ਆਮ ਘਰਾਂ ਦੇ ਬੱਚਿਆਂ ਵਾਸਤੇ ਜਿਹੜੇ ਮਤਲਬ ਪੰਜਾਬ ਦਾ ਦਰਦ, ਸਿਰਫ ਪੰਜਾਬ ਦਾ ਨਹੀਂ, ਜਿਹੜੇ ਜਿਨ੍ਹਾਂ 'ਚ ਲੀਡਰਸ਼ਿਪ ਕੁਆਲਿਟੀਜ਼ ਹੈਗੀਆਂ ਨੇ, ਉਹਨਾਂ ਲਈ ਇੱਕ ਪਲੇਟਫਾਰਮ ਹੋਵੇ, ਨਿਰੋਲ ਪਲੇਟਫਾਰਮ ਹੋਵੇ, ਜਿਨ੍ਹਾਂ ਦਾ ਅੱਗੇ ਪਿੱਛੇ ਕੋਈ ਉੱਤੋਂ ਦੀ ਨਾ ਚੱਲਦਾ ਹੋਵੇ, ਸਰਕਾਰੀ ਦਰਬਾਰਿਓਂ ਕੋਈ ਉਹਨਾਂ ਦੀਆਂ ਤਾਰਾਂ ਨਾਲ ਖਿੱਚੀਆਂ ਜਾਂਦੀਆਂ ਹੋਣ ਤੇ ਆਪਣੀ ਕੌਂਸ਼ੀਅਸ ਨਾਲ ਇੱਥੇ ਫੈਸਲੇ ਲੈ ਸਕਣ। ਉਹ ਪਲੇਟਫਾਰਮ ਲਈ ਅਸੀਂ 5 ਸਾਲ ਮਿਹਨਤ ਲਈ ਆ ਤੇ ਅੱਜ ਉਹ ਗਰਾਊਂਡ ਤਿਆਰ ਆ। ਆਮ ਘਰਾਂ ਦੇ ਮੁੰਡੇ ਆ, ਜਿੱਥੋਂ ਵੇਖੋ ਸਟੂਡੈਂਟ ਸਾਰੇ ਹੈਗੇ ਆ, ਠੋਕ ਕੇ ਆਪਣੇ ਖਿੱਤੇ ਦੀ ਗੱਲ ਕਰੀਦੀ ਆ, ਆਪਦੀ ਐਜੂਕੇਸ਼ਨ ਦੀ ਗੱਲ ਕਰੀਦੀ ਆ, ਸਟੂਡੈਂਟ ਦੇ ਰਾਈਟ ਦੀ ਗੱਲ ਕਰੀਦੀ। ਤੇ ਇੱਥੋਂ ਅਗਲਾ ਰਾਹ ਇਹੀ ਆ, ਇੱਥੋਂ ਸੁਸਾਇਟੀ 'ਚ ਜਾਣਾ। ਨਾਲ ਇਹ ਵੀ ਉਮੀਦ ਜਿਹੜੀ ਆ ਕੀਤੀ ਜਾ ਰਹੀ ਹੈ ਕਿ ਖਾਸ ਤੌਰ ਤੇ ਮਾਂ ਬੋਲੀ ਦੀ ਗੱਲ ਵੀ ਹੋਵੇ, ਕਿਉਂਕਿ ਜਿਹੜਾ ਸੱਥ ਸ਼ਬਦ ਹੈ ਇਹ ਪਿੰਡਾਂ ਦਾ ਸ਼ਬਦ ਹੈ। ਪਿੰਡਾਂ ਦੇ ਗੱਬੇ ਜਿਹੜੀ ਜਗ੍ਹਾ ਹੈ ਉਹਨੂੰ ਸੱਥ ਕਹਿੰਦੇ ਆ। ਉੱਥੇ ਬਜ਼ੁਰਗ ਇਕੱਠੇ ਹੁੰਦੇ ਆ, ਉੱਥੇ ਗੱਲਾਂ ਹੁੰਦੀਆਂ ਨੇ, ਤਮਾਮ ਚੀਜ਼ਾਂ ਇਹ એનર્ਜੀ ਦਿੰਦੀਆਂ ਨੇ ਪੰਜਾਬ ਦੇ ਲੋਕਾਂ ਨੂੰ। ਜੇ ਸ਼ਬਦ ਤੇ ਅਜਿਹੀਆਂ ਚੀਜ਼ਾਂ ਮਤਲਬ ਲੋਕ ਇਹ ਵੀ ਉਮੀਦ ਕਰਦੇ ਆ ਕਿ ਮਾਂ ਬੋਲੀ ਦੀ ਗੱਲ ਪਹਿਲਾਂ ਹੋਵੇ। ਮਾਂ ਬੋਲੀ ਸਾਡੀ ਬਹੁਤ ਸਾਰੇ ਲੋਕ ਕਰ ਰਹੇ ਨੇ ਗੱਲ, ਪਰ ਤੁਹਾਡੇ ਤੋਂ ਵੀ ਇਹ ਉਮੀਦ ਹੈ ਕਿ ਇਹ ਗੱਲ ਵੀ ਹੋਵੇ, ਇਹਨੂੰ ਪ੍ਰਚਾਰਿਆ ਵੀ ਜਾਵੇ, ਇਹਨੂੰ ਪਸਾਰਿਆ ਵੀ ਜਾਵੇ ਅੱਗੇ। ਉਹਦੇ ਵਾਸਤੇ ਕੀ ਕੁਝ ਹੈ? ਵੇਖੋ ਇਹ ਮਤਲਬ ਜਦੋਂ ਤੁਸੀਂ ਰਣਮੀਤ ਦੇ ਜਵਾਬ ਤੁਸੀਂ ਵੀ ਦੇ ਸਕਦੇ ਹੋ। ਹਾਂ ਓਕੇ, ਪੰਜਾਬੀ ਮਾਂ ਬੋਲੀ, ਦੇਖੋ ਅਸੀਂ ਪੰਜਾਬ ਦੀ ਧਰਤੀ ਤੋਂ ਆ, ਅਸੀਂ ਹਮੇਸ਼ਾ ਆਪਣੀ ਮਾਂ ਬੋਲੀ ਬਾਰੇ ਹੀ ਗੱਲਬਾਤ ਕਰਾਂਗੇ। ਮਾਂ ਬੋਲੀ ਹਮੇਸ਼ਾ ਸਾਡੀ ਮਤਲਬ ਅਸੀਂ ਜਦੋਂ ਵੀ ਕੈਂਪੇਨਿੰਗ 'ਚ ਜਾਂਦੇ ਸੀ ਅਸੀਂ ਪੰਜਾਬੀ ਦੇ ਵਿੱਚ ਗੱਲਬਾਤ ਕਰਦੇ ਸੀ। ਪਰ ਅੱਗੇ ਤੋਂ ਜਦੋਂ ਵੀ ਜੇ ਸਾਨੂੰ ਕੋਈ ਅੱਗੇ ਸਾਨੂੰ ਮਤਲਬ ਰਿਕੁਐਸਟ ਕਰਦਾ ਸੀ ਕਿ ਸਾਨੂੰ ਪੰਜਾਬੀ ਨਹੀਂ ਸਮਝ ਆ ਰਹੀ, ਅਸੀਂ ਹਿੰਦੀ ਜਾਂ ਇੰਗਲਿਸ਼ ਦੇ ਵਿੱਚ ਗੱਲ ਕਰਨਾ ਚਾਹੁੰਦੇ ਹਾਂ, ਤਾਂ ਅਸੀਂ ਆਪਣੀ ਹਿੰਦੀ ਤੇ ਇੰਗਲਿਸ਼ ਦੇ ਵਿੱਚ ਵੀ ਗੱਲ ਕਰਦੇ ਸੀ, ਕਿਉਂਕਿ ਸਾਡਾ ਮਕਸਦ ਸੀਗਾ ਕਿ ਸਾਡੇ ਥੋਟਸ ਉਹਨਾਂ ਤੱਕ ਪਹੁੰਚਣ। ਤੇ ਸਾਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ ਉਹਨਾਂ ਹੀ ਸਟੂਡੈਂਟਸ ਤੋਂ ਜਦੋਂ ਉਹਨਾਂ ਨੇ ਕਿਹਾ ਕਿ ਅਸੀਂ ਆਪ ਪੰਜਾਬੀ ਸਿੱਖਣਾ ਚਾਹੁੰਦੇ ਹਾਂ, ਕਿਉਂਕਿ ਇੱਕ ਰੀਜਨਲ ਲੈਂਗੁਏਜ ਹੈ। ਅਸੀਂ ਜਿਸ ਰੀਜਨ ਤੋਂ ਆ, ਜੇ ਅਸੀਂ ਇੱਥੇ ਦੀ ਲੈਂਗੁਏਜ ਸਿੱਖਾਂਗੇ ਤਾਂ ਸਾਨੂੰ ਜ਼ਿਆਦਾ ਆਸਾਨ ਹੋਊਗਾ ਚੀਜ਼ਾਂ ਨੂੰ ਸਮਝਣਾ। ਤਾਂ ਇਸ ਲਈ ਅਸੀਂ ਪੰਜਾਬੀ ਦੇ ਇੱਕ ਇੰਟਰੋਡਕਟਰੀ ਸੈਸ਼ਨਸ ਵੀ ਇੰਟਰੋਡਿਊਸ ਕਰਨਾ ਚਾਹੁੰਦੇ ਹਾਂ ਯੂਨੀਵਰਸਿਟੀ ਦੇ ਵਿੱਚ, ਤਾਂ ਕਿ ਜਿਨ੍ਹਾਂ ਨੂੰ ਪੰਜਾਬੀ ਸਿੱਖਣੀ ਹੈ, ਇੱਕ ਲੈਂਗੁਏਜ ਸਿੱਖਣੀ ਹੈ, ਉਹ ਸਿੱਖ ਸਕਣ, ਉਹਨਾਂ ਦੀ ਪਰਸਨੈਲਿਟੀ ਵੱਧਦੀ, ਉਹਨਾਂ ਦਾ ਨੌਲੇਜ ਵੱਧਦੀ। ਇਹਦੇ ਬਾਰੇ ਕਾਉਂਸਲ ਨਾਲ ਗੱਲ ਕਰੋਗੇ ਆਪਣੀ? ਹਾਂਜੀ, ਬਿਲਕੁਲ ਬਿਲਕੁਲ। ਅੱਛਾ, ਮੈਂ ਪਹਿਲਾਂ ਵੀ ਵੈਸੇ ਤਾਂ ਸਵਾਲ ਕੀਤਾ ਸੀ ਇਹ ਕਿ ਜਦੋਂ ਕੋਈ ਉੱਘੀ ਸ਼ਖਸੀਅਤ ਜਿਹਨੂੰ ਅਸੀਂ ਸਤਿਕਾਰ ਨਾਲ ਦੇਖਦੇ ਹੋਈਏ, ਸਤਿਕਾਰ ਤੇ ਸ਼ਖਸੀਅਤ ਹੋਵੇ, ਉਹ ਜਦੋਂ ਤੁਹਾਨੂੰ ਕਿਸੇ ਗੱਲ ਤੇ ਸ਼ਾਬਾਸ਼ੀ ਦੇ ਦਿੰਦੀ ਹੈ ਤਾਂ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ। ਮੈਂ ਗੱਲ ਕਰ ਰਿਹਾ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ, ਜਥੇਦਾਰ ਰਹੇ ਨੇ, ਸਤਿਕਾਰਤ ਨੇ, ਹੁਣ ਵੀ ਜਥੇਦਾਰ ਨੇ ਉਹ। ਔਰ ਜਦੋਂ ਉਹਨਾਂ ਨੇ ਵਧਾਈ ਦਿੱਤੀ ਹੈ ਤਾਂ ਕਿਸੇ ਉਮੀਦ ਨਾਲ ਵਧਾਈ ਦਿੱਤੀ ਕਿ ਇੱਕ ਕੁੜੀ, ਇੱਕ ਜਥੇਬੰਦੀ ਇਹ ਆਈ ਹੈ ਜੋ ਗੱਲ ਕਰੇਗੀ, ਕਿਸੇ ਕਮਿਊਨਿਟੀ ਦੀ ਗੱਲ ਹੈ ਜਾਂ ਕੁਛ ਵੀ ਹੈ, ਪੰਜਾਬੀ ਦੀ ਗੱਲ ਹੈ, ਤਾਂ ਉਦੋਂ ਲੱਗਦਾ ਕਿ ਇਹ ਜ਼ਿੰਮੇਵਾਰੀਆਂ ਹੋਰ ਵੱਧ ਜਾਂਦੀਆਂ। ਉਹਨਾਂ ਜ਼ਿੰਮੇਵਾਰੀਆਂ ਨਿਭਾਉਣ ਦੇ ਲਈ ਹੋਰ ਵੀ ਜ਼ਿਆਦਾ ਮਿਹਨਤ ਦੀ ਲੋੜ ਪਏਗੀ। ਬਿਲਕੁਲ, ਮਿਹਨਤ ਤਾਂ ਕਰਨੀ ਪੈਣੀ ਹੈ, ਹੁਣ ਵੱਧ ਤੋਂ ਵੱਧ ਮਿਹਨਤ ਕਰਨੀ ਪੈਣੀ ਹੈ। ਹੁਣ ਜੋ ਸਟੂਡੈਂਟਸ ਨੇ ਸਾਨੂੰ ਚੂਜ਼ ਕੀਤਾ ਤਾਂ ਹੁਣ ਅਸੀਂ ਬੈਠ ਨਹੀਂ ਸਕਦੇ, ਹੁਣ ਉਹਨਾਂ ਲਈ ਕੰਮ ਕਰਨਾ, ਉਹਨਾਂ ਤੱਕ ਪਹੁੰਚਣਾ,
ਗਰਾਊਂਡ ਲੈਵਲ ਤੇ ਰਹਿਣਾ ਹੈ, ਜਿੰਨੇ ਮਰਜ਼ੀ ਪੋਜੀਸ਼ਨ ਤੇ ਪਹੁੰਚੋ, ਰਹਿਣਾ ਜ਼ਮੀਨ ਤੱਕ ਹੀ ਹੈ, ਕਿਉਂਕਿ ਅਸੀਂ ਜ਼ਮੀਨ ਤੋਂ ਹੀ ਆਏ ਹਾਂ, ਜ਼ਮੀਨ ਤੋਂ ਹੀ ਜੁੜੇ ਰਹਿਣਾ ਹੈ, ਵਾਪਸ ਇੱਥੇ ਹੀ ਆਉਣਾ ਹੈ। ਇਹ ਹੋਰ ਕਾਲਜਸ ਵਿੱਚ ਵੀ ਤੁਹਾਡੀ ਜਥੇਬੰਦੀਆਂ ਸ਼ਾਖਾਵਾਂ ਹੈ? ਨਹੀਂ ਮਤਲਬ GNDU ਹੈ ਤੇ ਅਸੀਂ ਵੈਸੇ ਯੂਨੀਵਰਸਿਟੀ ਲੈਵਲ ਤੇ ਅਸੀਂ 3 ਯੂਨੀਵਰਸਿਟੀਆਂ 'ਚ ਹਾਂ। ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਵੀ ਆ, GNDU ਵਿੱਚ ਵੀ ਆ, ਤੇ ਪੰਜਾਬ ਯੂਨੀਵਰਸਿਟੀ 'ਚ ਤੇ ਹੈਗੀ ਆ। ਆਉਂਦੇ ਸਮੇਂ ਵਿੱਚ ਆਪਾਂ ਇਹਨਾਂ ਦਾ ਵਿਸਤਾਰ ਕਾਲਜਸ ਵਿੱਚ ਵੀ ਜ਼ਰੂਰ ਕਰਾਂਗੇ। ਠੀਕ ਹੈ, ਆਖਰ ਤੇ ਹੁਣ ਆਪਾਂ ਤੁਹਾਡੀ ਜਿੱਤ ਤੋਂ ਬਾਅਦ ਜੋ ਜ਼ਿੰਮੇਵਾਰੀਆਂ ਉਹਦੀ ਗੱਲ ਕਰ ਲਈਏ ਕਿ CYSS ਪਿਛਲੇ ਸਾਲ ਜਿੱਤੀ, 1 ਸਾਲ ਦੇ ਵਿੱਚ ਵਿਰੋਧ ਇੰਨਾ ਹੋ ਗਿਆ ਕਿ ਲੋਕਾਂ ਨੇ ਉਹਨਾਂ ਨੂੰ ਤੀਜੇ ਨੰਬਰ ਤੱਕ ਵੀ ਰੱਖਿਆ, ਔਰ ਹੁਣ ਇਹ ਜ਼ਿੰਮੇਵਾਰੀ ਤੁਹਾਨੂੰ ਕੁਛ ਇਸ ਤਰੀਕੇ ਨਾਲ ਨਿਭਾਉਣੀ ਪਏਗੀ ਕਿ ਅੱਗੇ ਵੀ ਤੁਹਾਨੂੰ ਲੋਕ ਕਿਤੇ ਨਾ ਕਿਤੇ ਐਕਸੈਪਟ ਕਰ ਲੈਣ, ਤੁਹਾਡੇ ਨਾਲ ਦੇ ਸਟੂਡੈਂਟ। ਉਹਦੇ ਵਾਸਤੇ ਕੀ ਕਰਨਾ ਹੈ ਕਿ ਤੁਹਾਡੀ ਜੋ ਅੱਜ ਤੁਹਾਡੇ ਤੇ ਲੋਕਾਂ ਨੇ ਵਿਸ਼ਵਾਸ ਕੀਤਾ, ਉਹ ਵਿਸ਼ਵਾਸ ਉਸੇ ਤਰ੍ਹਾਂ ਦੇ ਨਾਲ ਬਰਕਰਾਰ ਰਹੇ, ਘੱਟੋ ਘੱਟ ਪੱਧਰ ਉਹੀ ਬਣਿਆ ਰਹੇ? ਹਾਂਜੀ, ਉਸ ਲਈ ਸਭ ਤੋਂ ਪਹਿਲਾਂ ਜਿਹੜਾ ਮੈਂ ਰਿਸਰਚ ਸਕਾਲਰਸ ਬਾਰੇ ਗੱਲ ਕਰਾਂਗੇ ਕਿ ਰਿਸਰਚ ਸਕਾਲਰਸ ਲਈ ਗ੍ਰੀਵੈਂਸ ਸੈੱਲ ਇੰਟਰੋਡਿਊਸ ਹੋਣਾ ਚਾਹੀਦਾ ਯੂਨੀਵਰਸਿਟੀ ਦੇ ਵਿੱਚ, ਕਿਉਂਕਿ ਦੀ ਐਬਸੋਲੂਟ ਪਾਵਰ ਇਜ਼ ਟੂ ਦ ਗਾਈਡ। ਤਾਂ ਉਹਨਾਂ ਨੂੰ ਜਿੰਨੇ ਵੀ ਐਕਸਪਲੋਇਟੇਸ਼ਨਸ ਫੇਸ ਕਰਨੀਆਂ ਪੈਂਦੀਆਂ ਨੇ, ਇਸ ਲਈ ਅਸੀਂ ਗ੍ਰੀਵੈਂਸ ਸੈੱਲ ਇੰਟਰੋਡਿਊਸ ਕਰਨਾ ਹੈ। ਸੈਕੰਡਲੀ PU ਦੀ ਫੂਡ ਦਾ ਸਟੈਂਡਰਡਾਈਜੇਸ਼ਨ ਜਿਹੜੇ ਹੋਸਟਲਸ ਦੇ ਵਿੱਚ ਹੈਗਾ, ਸੈਨੀਟੇਸ਼ਨ, ਉਸ ਦੇ ਉੱਤੇ ਗੱਲਬਾਤ ਕਰਨੀ ਹੈ। ਪਲੇਸਮੈਂਟ ਸੈੱਲ ਬਾਰੇ ਕਰਨਾ ਹੈ। ਪਲੇਸਮੈਂਟ ਸੈੱਲ ਬਹੁਤ ਲਿਮਿਟਡ ਹੈ, ਬਹੁਤ ਸਾਰੇ ਐਡਵਾਂਸਮੈਂਟਸ ਹੋ ਰਹੇ ਨੇ, ਸੋ ਉਹਨਾਂ ਦੀ ਕੋਲੈਬੋਰੇਸ਼ਨਸ ਇੰਟਰੋਡਿਊਸ ਕਰਨੀ ਚਾਹੀਦੀ ਹੈ ਵਿਦ ਡਿਫਰੈਂਟ ਯੂਨੀਵਰਸਿਟੀਜ਼, ਡਿਫਰੈਂਟ ਡਿਪਾਰਟਮੈਂਟਸ ਜਿੱਥੇ ਪਲੇਸਮੈਂਟਸ ਹੁੰਦੀਆਂ ਨੇ। ਉਸ ਦੇ ਇਲਾਵਾ ਜਿਵੇਂ ਇਲੈਕਟਿਵ ਕੈਂਡੀਡੇਟਸ ਨੇ ਜਿਹੜੀ ਕਾਊਂਸਿਲ ਦੇ ਵਿੱਚ ਨੇ, ਉਹਨਾਂ ਕੋਲ ਇੱਕ ਵੋਟਿੰਗ ਕ੍ਰਾਈਟੇਰੀਆ ਨਹੀਂ ਹੈ, ਤਾਂ ਵੋਟਿੰਗ ਕ੍ਰਾਈਟੇਰੀਆ ਇਸਟੈਬਲਿਸ਼ ਕਰਨਾ ਬਹੁਤ ਜ਼ਰੂਰੀ ਹੈ। ਅਤੇ ਬਾਕੀ ਜਿਵੇਂ ਕਿ ਇਲੈਕਟਿਵ, ਮੈਂ ਜਿਸ ਡਿਪਾਰਟਮੈਂਟ ਤੋਂ ਆਉਂਦੀ ਹਾਂ, ਮੇਰੇ ਡਿਪਾਰਟਮੈਂਟ ਦੇ ਵਿੱਚ ਫੀਸ ਹਾਈਕ ਬਹੁਤ ਜ਼ਿਆਦਾ ਹੈ। ਯੂਨੀਵਰਸਿਟੀ ਦੇ ਵਿੱਚ ਇੱਕ ਸੈਲਫ ਫਾਈਨਾਂਸ ਮਾਡਲ ਇੰਟਰੋਡਿਊਸ ਹੋ ਚੁੱਕਿਆ ਹੈ, ਅਤੇ ਉਸ ਦੇ ਕਾਰਨ, ਉਸ ਦੇ ਬਾਵਜੂਦ ਵੀ ਜਿਵੇਂ ਮੇਰੇ ਡਿਪਾਰਟਮੈਂਟ ਦੇ ਵਿੱਚ ਸਾਡਾ ਸਟਾਈਪੈਂਡ ਬਹੁਤ ਘੱਟ ਹੈ। ਇੰਟਰਨਸ ਨੂੰ ਹਾਲੇ ਤੱਕ ਸਿਰਫ 9000 ਮਿਲਦੇ ਨੇ, ਜੋ ਬਹੁਤ ਘੱਟ ਹੈ ਇਨ ਕੰਪੈਰੀਜ਼ਨ ਟੂ ਦੀ GMCH ਜਾਂ ਆਪਣੇ ਜਿਵੇਂ ਜਿੰਨੇ ਵੀ ਡੈਂਟਲ ਕਾਲਜਸ ਹੈ, ਮੈਡੀਕਲ ਕਾਲਜਸ ਨੇ ਪੰਜਾਬ ਗਵਰਨਮੈਂਟ ਦੇ ਵਿੱਚ। ਤਾਂ ਅਸੀਂ ਇਸ ਉੱਤੇ ਵੀ ਕੰਮ ਕਰਨਾ ਚਾਹਾਂਗੇ ਜੀ। ਤਾਂ ਆਖਰੀ ਸਵਾਲ ਹੈ, ਜਾਂਦੇ ਜਾਂਦੇ ਦਿਮਾਗ 'ਚ ਆ ਗਿਆ ਕਿ ਜਥੇਬੰਦੀ ਨਿਰੋਲ ਹੈ ਇਸ ਵੇਲੇ, ਇੰਡੀਪੈਂਡੈਂਟ ਜਥੇਬੰਦੀ ਹੈ, ਪੋਲੀਟੀਕਲ ਕਿਸੇ ਨਾਲ ਕੋਈ ਸਾਰੋਕਾਰ ਨਹੀਂ। ਆਉਣ ਵਾਲੇ ਟਾਈਮ ਦੇ ਵਿੱਚ ਇਸੇ ਤਰ੍ਹਾਂ ਨਾਲ ਜਥੇਬੰਦੀ ਇੰਡੀਪੈਂਡੈਂਟ ਰਹੇਗੀ, ਜਾਂ ਕਦੇ ਮਤਲਬ ਕੁਛ ਇਸ ਤਰ੍ਹਾਂ ਦਾ ਹੋ ਸਕਦਾ ਕਿ ਪੋਲੀਟੀਕਲ ਕਿਸੇ ਦੀ ਜ਼ਰੂਰਤ ਪਵੇ ਜਾਂ ਜ਼ਰੂਰਤ ਮਹਿਸੂਸ ਹੋ ਸਕਦੀ ਹੈ ਕਦੇ? ਨਹੀਂ ਦੇਖੋ, ਜ਼ਰੂਰਤ ਮਹਿਸੂਸ ਸਾਨੂੰ ਕਦੀ ਹੋਣੀ ਨਹੀਂ ਆ, ਅਸੀਂ ਇਹ ਮੰਨ ਕੇ ਚੱਲਦੇ ਹਾਂ, ਤੇ ਸਾਡਾ ਕਲੀਅਰ ਸਟੈਂਡ ਆ ਵੀ ਅਸੀਂ ਅਲਾਈਅੰਸ 'ਚ ਕਦੇ ਨਹੀਂ ਹੋਣਾ ਨਹੀਂ। ਅਸੀਂ ਆਪਣਾ ਇੱਕ ਟੀਚਾ ਲੈ ਕੇ ਚੱਲੇ ਹਾਂ, ਆਪਦੀ ਨਿਰੋਲ ਜਥੇਬੰਦੀ ਆ, ਜਿੰਨਾ ਹੋ ਸਕਿਆ ਅਸੀਂ ਆਪਣੇ ਟੀਚੇ ਤੇ ਰਹਿਣਾ, ਇੱਧਰ ਉੱਧਰ ਭਟਕਣਾ ਨਹੀਂ ਆ। ਡਿਲੀਊਟ ਅਸੀਂ ਕਦੇ ਨਹੀਂ ਹੋਣਾ, ਨਾ ਅਸੀਂ ਆਇਡੈਂਟੀਟੀ ਕਿਸੇ ਨੂੰ ਦੇਣੀ ਹੈ, ਨਾ ਕਿਸੇ ਦੀ ਆਇਡੈਂਟੀਟੀ ਲੈਣੀ ਆ। ਇਹ ਸਾਥ ਆ, ਇਹ ਸਾਥ ਹਮੇਸ਼ਾ ਇੱਦਾਂ ਹੀ ਰਹੂਗੀ। ਬਹੁਤ ਧੰਨਵਾਦ, ਤੇ ਸਾਡੇ ਵੱਲੋਂ ਇੱਕ ਵਾਰ ਫੇਰ ਬਹੁਤ ਬਹੁਤ ਮੁਬਾਰਕਬਾਦ ਰਣਮੀਕ ਹੋਰਾਂ ਨੂੰ। ਔਰ 19 ਸਾਲ ਦੀ ਉਮਰ ਦੇ ਵਿੱਚ ਇਸ ਕੁੜੀ ਨੇ ਡਟ ਕੇ ਇਲੈਕਸ਼ਨ ਲੜਿਆ, ਔਰ ਇਲੈਕਸ਼ਨ ਦੇ ਵਿੱਚ ਵੱਡੀ ਜਿੱਤ ਵੀ ਪ੍ਰਾਪਤ ਕੀਤੀ ਹੈ, ਔਰ ਅਸੀਂ ਸ਼ੁਭਕਾਮਨਾਵਾਂ ਦਿੰਦੇ ਹਾਂ। ਤੇ ਖਾਸ ਤੌਰ ਤੇ ਜੋ ਜ਼ਿੰਮੇਵਾਰੀ ਸੱਥ ਜਥੇਬੰਦੀ ਤੇ ਆ, ਸੱਥ ਆਰਗੇਨਾਈਜੇਸ਼ਨ ਤੇ ਆ, ਅਸੀਂ ਉਮੀਦ ਕਰਦੇ ਹਾਂ ਕਿ ਇਹ ਉਸ ਵਿਧਾਨ ਨੂੰ, ਉਸ ਸੰਵਿਧਾਨ ਨੂੰ ਇਸੇ ਤਰ੍ਹਾਂ ਦੇ ਨਾਲ ਬਰਕਰਾਰ ਰੱਖਣਗੇ ਔਰ ਨਾਲ ਨਾਲ ਨਿਭਣਗੇ। ਆਪਣੇ ਸਹਿਯੋਗੀ ਗੁਰਸਿਮਰਨ ਸਿੰਘ ਨਾਲ ਮੈਂ ਰਵੀ ਸੰਗਰਾਹੁਰ ਦਾ ਅਨਮਿਊਟ, ਚੰਡੀਗੜ੍ਹ।